ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਦਾ ਧਰਨਾ ਖਤਮ। ਚੜੂਨੀ ਸਣੇ ਹੋਰਨਾਂ ਕਿਸਾਨਾਂ ਦੀ ਹੋਵੇਗੀ ਰਿਹਾਈ। ਮੁਕੱਦਮੇ ਵੀ ਹੋਣਗੇ ਵਾਪਸ। ਐਮਐਸਪੀ ਤੇ ਵੀ ਮਿਲਿਆ ਭਰੋਸਾ। ਮੁੱਖ ਮੰਤਰੀ ਮਾਨ ਨੇ ਪੰਜਾਬ ਵਿਜ਼ਨ ਦਸਤਾਵੇਜ਼ 2047 ਕੀਤਾ ਜਾਰੀ। ਪਲੈਨਿੰਗ ਵਿਭਾਗ ਦੇ ਵੱਲੋਂ ਅਗਲੇ 25 ਸਾਲ ਦਾ ਰੋਡ ਮੈਪ ਕੀਤਾ ਗਿਆ ਤਿਆਰ। ਸੀਐਮ ਮਾਨ ਬੋਲੇ, ਰੰਗਲੇ ਪੰਜਾਬ ਦੇ ਵੱਲ ਵੱਧ ਰਹੇ। ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਵਾਂ ਹਮਲਾ। ਕਿਹਾ, ਮੇਰੀਆਂ ਚਿੱਠੀਆਂ ਦਾ ਤੁਸੀਂ ਨਹੀਂ ਦਿੰਦੇ ਜਵਾਬ। ਮੈਂ ਮੰਨੀ ਮੇਰੀ ਸਰਕਾਰ ਤੇ ਤੁਹਾਡੀ ਸਲਾਹ, ਪਰ ਤੁਸੀਂ ਮੇਰੀਆਂ ਗੱਲਾਂ ਦਾ ਨਹੀਂ ਦਿੰਦੇ ਜਵਾਬ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੀ ਚਿੱਠੀ। ਇੱਕ ਹੋਣ ਦੀ ਕੀਤੀ ਅਪੀਲ। ਕਿਹਾ, ਕੌਮ ਦੇ ਲਈ ਇੱਕ ਹੋ ਕੇ ਕੰਮ ਕਰਨ ਦਾ ਹੈ ਸਮਾਂ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੋਂ ਕਰੀਬ 4.5 ਘੰਟੇ ਤੱਕ ਪੁੱਛ ਪੜਤਾਲ। ਵਿਜੀਲੈਂਸ ਨੇ ਕੀਤੇ ਸਵਾਲ ਜਵਾਬ। ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਚੰਨੀ ਨੂੰ ਕੀਤਾ ਗਿਆ ਸੀ ਤਲਬ। ਅੰਮ੍ਰਿਤ ਮਾਨ ਦੇ ਪਿਤਾ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ। ਕੈਬਨਿਟ ਸਬ ਕਮੇਟੀ ਨੇ SC/ST ਜਥੇਬੰਦੀਆਂ ਨੂੰ ਕਾਰਵਾਈ ਦਾ ਦਿੱਤਾ ਭਰੋਸਾ। ਜਾਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਲੈਣ ਦਾ ਹੈ ਇਲਜ਼ਾਮ। ਕਟਾਰੂ ਚੱਕ ਵੀਡੀਓ ਮਾਮਲੇ 'ਚ ਨਵਾਂ ਮੋੜ। ਸ਼ਿਕਾਇਤਕਰਤਾ ਦੇ ਵੱਲੋਂ ਕਾਰਵਾਈ ਕਰਵਾਉਣ ਤੋਂ ਇਨਕਾਰ। ਬਿਕਰਮ ਮਜੀਠੀਆ ਨੇ ਗਵਰਨਰ ਨੂੰ ਲਿਖੀ ਚਿੱਠੀ। ਕਿਹਾ, ਤੁਸੀਂ ਚੰਡੀਗੜ੍ਹ ਪੁਲਿਸ ਨੂੰ ਕਾਰਵਾਈ ਦੀ ਦਿਓ ਖੁੱਲ੍ਹ। ਲੁਧਿਆਣਾ ਲੁੱਟਕਾਂਡ ਦੇ ਵਿੱਚ ਪੁਲਿਸ ਕਮਿਸ਼ਨਰ ਨੇ DGP ਨੂੰ ਲਿਖੀ ਚਿੱਠੀ। CMS ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਿਸ਼। ਕਿਹਾ, ਕੰਪਨੀ ਨੇ ਨਹੀਂ ਰੱਖਿਆ ਸੁਰੱਖਿਆ ਮਾਪਦੰਡਾਂ ਦਾ ਧਿਆਨ। ਲੁੱਟ ਦੇ ਵਿੱਚ ਕਰੀਬ 8.5 ਕਰੋੜ ਹੋਏ ਸੰਚੋਈ। ਬੀਜੇਪੀ ਦਾ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਤੇ ਵਾਰ। ਤਰੁਣ ਚੁੱਗ ਬੋਲੇ, ਕਾਨੂੰਨ ਵਿਵਸਥਾ ਦੇ ਮੁੱਦੇ ਤੇ ਵਾਈਟ ਪੇਪਰ ਜਾਰੀ ਕਰੇ ਸਰਕਾਰ। ਦੱਸੇ ਹੁਣ ਤੱਕ ਕੀ ਹੋਈ ਕਾਰਵਾਈ। ਟਵਿੱਟਰ ਦੇ ਸਾਬਕਾ CEO ਦੇ ਦਾਅਵੇ ਤੇ ਸਿਆਸੀ ਬਵਾਲ। ਜੈਕ ਡੋਰਸੀ ਬੋਲੇ, ਕਿਸਾਨ ਅੰਦੋਲਨ ਦੇ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਬੰਦ ਕਰਨ ਦੀ ਦਿੱਤੀ ਸੀ ਧਮਕੀ। ਤਾਂ ਅਨੁਰਾਗ ਠਾਕੁਰ ਦਾ ਜਵਾਬ। ਕਿਹਾ, ਝੂਠ ਬੋਲ ਕੇ ਭਾਰਤ ਨੂੰ ਬਦਨਾਮ ਨਾ ਕਰਨ ਡੋਰਸੀ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਖੇਤੀਬਾੜੀ ਵਿਭਾਗ ਦੀ ਵੱਡੀ ਕਾਰਵਾਈ। ਸਮੇਂ ਤੋਂ ਪਹਿਲਾਂ ਲਗਾਇਆ ਝੋਨਾ ਕੀਤਾ ਨਸ਼ਟ। ਕਪੂਰਥਲਾ ਜ਼ਿਲ੍ਹੇ ਦੇ ਵਿੱਚ 19 ਤਰੀਕ ਤੋਂ ਸ਼ੁਰੂ ਹੋਣੀ ਹੈ ਝੋਨੇ ਦੀ ਲਵਾਈ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਕਿਸਾਨਾਂ ਦਾ ਧਰਨਾ ਆਪਣੀਆਂ ਮੰਗਾਂ ਦੇ ਉੱਤੇ ਬਣੀ ਸਹਿਮਤੀ ਤੋਂ ਬਾਅਦ ਖਤਮ ਹੋ ਜਾਵੇ, ਫਿਰ ਸੜਕ ਤੋਂ ਨਿਕਲਣ ਵਾਲੇ ਲੋਕਾਂ ਨੂੰ ਫਰਕ ਤਾਂ ਪੈਂਦਾ ਹੈ। ਖਾਸ ਤੌਰ ਤੇ ਉਹਨਾਂ ਨੂੰ ਜੋ ਦਿੱਲੀ ਜਾ ਰਹੇ ਸੀ ਜਾਂ ਦਿੱਲੀ ਤੋਂ ਆ ਰਹੇ ਨੇ। ਸ਼ੁਰੂਆਤ ਅੱਜ ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਹਾਂ। ਕੁਰੂਕਸ਼ੇਤਰ ਦੇ ਵਿੱਚ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਸਹਿਮਤੀ ਬਣ ਗਈ ਹੈ। ਕਿਸਾਨਾਂ ਤੇ ਦਰਜ ਕੇਸ ਵਾਪਸ ਲਏ ਜਾਣਗੇ। MSP ਤੇ ਵੀ ਭਰੋਸਾ ਮਿਲ ਗਿਆ ਹੈ। ਤੇ ਇਸ ਵਿਚਾਲੇ ਤਸਵੀਰਾਂ ਕੁਝ ਕੁਰੂਕਸ਼ੇਤਰ ਦੀਆਂ ਸਾਹਮਣੇ ਆ ਰਹੀਆਂ ਨੇ। ਦਰਅਸਲ ਕੁਰੂਕਸ਼ੇਤਰ ਦੇ ਵਿੱਚ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ। ਕਿਸਾਨਾਂ ਦੇ ਵੱਲੋਂ ਮੰਗਾਂ ਕੀ ਸੀ? ਪਹਿਲੀ ਮੰਗ ਇਹ ਸੀ ਕਿ ਗੁਰਨਾਮ ਸਿੰਘ ਚੜੂਨੀ ਸਣੇ ਜਿਹੜੇ 9 ਕਿਸਾਨ ਆਗੂ ਹਿਰਾਸਤ ਦੇ ਵਿੱਚ ਲਏ ਗਏ ਨੇ, ਉਹਨਾਂ ਨੂੰ ਰਿਹਾ ਫੌਰੀ ਤੌਰ ਦੇ ਉੱਤੇ ਕੀਤਾ ਜਾਵੇ। ਤੇ ਨਾਲ ਹੀ ਸੂਰਜਮੁਖੀ ਦੀ ਮੰਗ ਸੀ ਕਿ ਸੂਰਜਮੁਖੀ ਦੀ ਖਰੀਦ MSP ਦੇ ਉੱਤੇ ਹੀ ਕੀਤੀ ਜਾਵੇ। MSP ਦੇ ਉੱਤੇ ਭਰੋਸਾ ਮਿਲਿਆ ਤੇ ਨਾਲ ਹੀ ਚੜੂਨੀ ਦੀ ਰਿਹਾਈ ਤੇ ਬਾਕੀ ਕਿਸਾਨਾਂ ਦੀ ਰਿਹਾਈ ਦਾ ਵੀ ਭਰੋਸਾ ਮਿਲਿਆ। ਤੇ ਨਾਲ ਹੀ ਜਿਹੜੇ ਕੇਸ ਨੇ ਵਾਪਸ ਲੈਣ ਦਾ ਐਲਾਨ ਵੀ ਕਰ ਦਿੱਤਾ ਗਿਆ। ਸਹਿਮਤੀ ਬਣੀ ਹੈ ਸਰਕਾਰ ਦੇ ਨਾਲ, ਪ੍ਰਸ਼ਾਸਨ ਦੇ ਨਾਲ। ਲਗਾਤਾਰ ਮੈਰਾਥਨ ਮੀਟਿੰਗਸ ਚੱਲਦੀਆਂ ਰਹੀਆਂ ਦਿਨ ਭਰ ਤੇ ਇਸ ਵਿਚਾਲੇ ਇਹ ਜ਼ਰੂਰ ਖਬਰ ਆਈ। ਖੈਰ, ਕੁਰੂਕਸ਼ੇਤਰ ਦੇ ਵਿੱਚ ਜਿਹੜਾ ਜਾਮ ਸੀ ਜਾਂ ਧਰਨਾ ਪ੍ਰਦਰਸ਼ਨ ਸੀ, ਉਸ ਦੀ ਵਜ੍ਹਾ ਦੇ ਨਾਲ ਦਿੱਕਤਾਂ ਤਾਂ ਲਾਜ਼ਮੀ ਤੌਰ ਤੇ ਬਹੁਤ ਆ ਰਹੀਆਂ ਸਨ। ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਤੋਂ ਦਿੱਲੀ ਵਾਲੇ ਪਾਸੇ ਜਾ ਰਹੇ ਸੀ। ਅੰਬਾਲਾ ਟੱਪਦੇ ਹੀ ਪਿਪਲੀ ਦੇ ਕੋਲ ਧਰਨਾ ਪ੍ਰਦਰਸ਼ਨ ਜਾਰੀ ਸੀ ਕੁਰੂਕਸ਼ੇਤਰ ਦੇ ਵਿੱਚ। ਤੇ ਫਿਰ ਇਸ ਕਰਕੇ ਡਾਇਵਰਟ ਕੀਤੇ ਗਏ ਸੀ ਰੂਟ। ਯਾਨੀ ਜੇਕਰ ਕੋਈ ਦਿੱਲੀ ਤੋਂ ਆ ਰਿਹਾ, ਉਹ ਚਾਹੇ ਆਪਣੇ ਵਹੀਕਲ ਤੇ ਹੋਵੇ ਜਾਂ ਫਿਰ ਕਿਸੇ ਬੱਸ ਦੇ ਵਿੱਚ ਆ ਰਿਹਾ, ਤਾਂ ਦਿੱਕਤਾਂ ਉਹਨਾਂ ਨੂੰ ਬਹੁਤ ਆ ਰਹੀਆਂ ਸਨ। ਕਹਿਣ ਹੁਣ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਸਹਿਮਤੀ ਬਣ ਚੁੱਕੀ ਹੈ ਔਰ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਰੂਟ ਬਹਾਲ ਹੋ ਜਾਏਗਾ। ਆਮ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹ ਦੂਰ ਹੋ ਜਾਣਗੀਆਂ। ਖਾਸ ਤੌਰ ਤੇ ਜਿਹੜੇ ਰੋਡ ਤੋਂ ਨਿਕਲ ਰਹੇ ਲੋਕ ਨੇ। 2-3 ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਪੂਰਾ ਬਵਾਲ ਸੀ, ਜਿਸ ਦੇ ਉੱਤੇ ਸਹਿਮਤੀ ਬਣ ਗਈ। ਮੰਗ ਨੰਬਰ 1 ਕਿ ਸੂਰਜਮੁਖੀ ਦੀ ਫਸਲ MSP ਦੇ ਉੱਤੇ ਖਰੀਦੀ ਜਾਵੇ। ਉਸ ਦੇ ਉੱਤੇ ਭਰੋਸਾ ਮਿਲਿਆ ਕਿ MSP ਦੇ ਉੱਤੇ ਗੌਰ ਕੀਤਾ ਜਾਵੇਗਾ, MSP ਤੇ ਖਰੀਦੀ ਜਾਏਗੀ। ਮੰਗ ਨੰਬਰ 2 ਕਿ ਜਿਹੜੇ ਗੁਰਨਾਮ ਸਿੰਘ ਚੜੂਨੀ
ਦੇ ਨਾਲ ਬਾਕੀ ਦੇ ਜਿਹੜੇ ਕਿਸਾਨ ਸੀ ਜੋ ਕਰੀਬ 7 ਤਰੀਕ ਨੂੰ ਧਰਨਾ ਪ੍ਰਦਰਸ਼ਨ ਦੇ ਦੌਰਾਨ ਕੁਰੂਕਸ਼ੇਤਰ ਤੋਂ ਹੀ ਹਿਰਾਸਤ ਦੇ ਵਿੱਚ ਲਏ ਗਏ ਸੀ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਤੇ ਤੀਜੀ ਮੰਗ ਇਹ ਵੀ ਸੀ ਕਿ ਜਿਹੜੇ ਕੇਸ ਦਰਜ ਹੋਏ ਨੇ ਉਹ ਵਾਪਸ ਲਏ ਜਾਣ। ਕੀ ਕੁਝ ਬਿਆਨ ਉੱਥੋਂ ਆ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। कुछ दिनों पहले हाफेड ने 4800 में सूरजमुखी का फसल खरीदने का काम स्टार्ट किया था। आज का कुछ दिनों पहले हाफेड ने 4800 में सूरजमुखी का फसल खरीदने का काम स्टार्ट किया था। आज का ये रेट 4900 हो गया है। हमें भी तुरंत आदेश मिलेंगे कल इस रेट को 5000 पहुंचाना है, जो कि हम करेंगे। सीएम साहब ने गन्नौर में भी किसान के लिए और खास करके शाहबाद में सूरजमुखी जो किसान उगाते हैं उनके लिए एक 20,000 मीट्रिक टन का कारखाना का भी वादा किया है, जो जल्द से जल्द पूरा किया जाएगा। हरियाणा सरकार किसान और सारे किसान के का हित सर्वोपरि रखती है और हमेशा उनके साथ खड़ी रहेगी। किसान को आगे भी बढ़ते हुए या तो रेट बढ़ाकर या फिर भावांतर का जो है वो बढ़ाकर सही दाम देने का हरियाणा सरकार का निर्णय है और ये हम लोग पूरा करेंगे। धन्यवाद। देखो, फैसला ये लिया है, हमारा यहाँ पे ये आंदोलन था कि एमएसपी पे खरीद शुरू हो। हमारा था कि एमएसपी पे खरीद शुरू हो और हमने वो रेट मांगा है जो देश के प्रधानमंत्री ने रेट कहा। ये लड़ाई थी देश के प्रधानमंत्री बनाम स्टेट के मुख्यमंत्री के बीच में, और हम आगे भी एमएसपी पे लड़ाई पूरे देश में लड़ेंगे और लड़ाई को लेकर चलेंगे। प्रधानमंत्री को आगे करेंगे। जो प्रधानमंत्री का रेट है वो हर स्टेट में देना पड़ेगा। प्रधानमंत्री का रेट है वो देना पड़ेगा। भारत सरकार का रेट है एमएसपी वो देना पड़ेगा। और एमएसपी गारंटी कानून के लिए बड़े आंदोलन की जरूरत पड़ेगी। ये बड़े आंदोलन की जरूरत शुरुआत यहाँ से हुई है। जाम आज खुल जाएगा। वो इनकी प्रक्रिया है, कोर्ट की प्रक्रिया है। 1-2 दिन में वे आ जाएंगे। आंदोलन समाप्त हुआ है। गेट यहाँ पे रास्ता सब चल जाएगा। तूफान भी आ गया। तूफान आ गया, किसानों का तूफान है ये। उन्होंने कहा है कि केस वापसी होंगे। भाव मिलेगा किसान को? किसान का जो भी भारत सरकार का भाव है वो मिलेगा। अगर नहीं मिला, ये कोई किराए पर नहीं आ रहे, फिर यही है। स्वामीनाथन की रिपोर्ट लागू करवाना चैलेंज होगा। वो भी उस पर एक आंदोलन होगा। स्वामीनाथन कमेटी की रिपोर्ट और एमएसपी गारंटी कानून, ये 2 बड़े सवाल हमारे हैं। इस पे आंदोलन शुरू होंगे। यानी 5-7 दिन में पूरा 6400 रुपए लोगों को भाव मिलेगा एमएसपी का, सूरजमुखी का। अब रही बात केसों की, हमारा इन्होंने गाड़ी तोड़ रखी है, वो एसपी साहब ठीक करवाओगा। ट्रैक्टर जो पकड़ रखे हैं वो सारे ट्रैक्टर छोड़े जाएंगे। अम्बाला के जो केस है वो वापिस होंगे। शाहबाद के जो केस है वो वापिस होंगे। और जितने भी केस चाहे कोई 400 का फर्क है। सही रेट, जो सही रेट है ना, जो एमएसपी का रेट है, सही रेट है, वो 400 रुपए का फर्क है। वो कहते भी 1 हफ्ते ਦੇ ਵਿੱਚ ਜੇ ਤਾਂ 5000 ਦੀ ਬਜਾਏ 5450 400 हो गया, फिर तो 1000 रुपया वो सरकार पूरा 6400 हो गया। जे ना होया, रेट ना ਵਧਿਆ, फिर ਅਸੀਂ वो रेट ਵਧਾ ਕੇ ਜਿਹੜਾ सही दाम है वो पूरा करांगे। हाँ ये कर देंगे। कितनी मांगे मानी गई है? मांगों को देखो जी, 2 मांगे थी। एक तो जो सूरजमुखी का पूरा दाम वाली मांग थी जो एमएसपी में तय किया है, और दूसरी जो किसान आगू पर केस डाले गए हैं अपना शाहबाद मार्केट जिस दिन लाठीचार्ज हुआ था, वो केस खारिज करने की और जो जेल में है किसान उनकी बिना शर्त रिहाई की मांग थी। 2 मांगे थी। दोनों मांगे असी समझे में इतने डीसी ने ऐलान कर दिया भी जो सारे केस रद्द होएंगे, लिखती रूप में प्रवान कर लिया। और जो किसान जेल में बंद है, गुरनाम सिंह चरूनी समेत 9 किसान जो जेल में बंद है, वो कल तक ਤਾਂ ਜਿਹੜੀਆਂ ਮੰਗਾਂ ਸੀ ਉਹਨਾਂ ਦੇ ਉੱਤੇ ਸਹਿਮਤੀ ਬਣ ਗਈ ਹੈ ਤੇ ਉਸ ਤੋਂ ਬਾਅਦ ਇਹ ਧਰਨਾ ਜਾਮ ਪ੍ਰਦਰਸ਼ਨ ਅੰਦੋਲਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਕਿਸਾਨਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ
ਕਿ ਜੇਕਰ ਉਹਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਫਿਲਹਾਲ ਹਰਿਆਣਾ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣੀ ਹੈ ਤੇ ਉਸ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਉਧਰ ਦਿਨ ਦੇ ਸਮੇਂ ਦਿੱਲੀ NCR ਸਣੇ ਉੱਤਰ ਭਾਰਤ ਦੇ ਵਿੱਚ ਭੂਚਾਲ ਦੇ ਝਟਕੇ, ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਸੀ। ਦਿੱਲੀ NCR ਤੋਂ ਇਲਾਵਾ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੇ ਝਟਕੇ ਇੰਨੇ ਤੇਜ਼ ਸੀ ਕਿ ਡਰ ਦੇ ਮਾਰੇ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। जो बच्चे थे स्कूल में वो घबरा गई, या दुकान में लोग थे वो बाहर आ गए, तो एक खौफ सा माहौल पैदा हुआ है। ਝਟਕੇ ਲੱਗੇ, ਝਟਕਾ ਲੱਗਣ ਤੋਂ ਬਾਅਦ ਜਿਹੜਾ ਅਸੀਂ ਬਾਹਰ ਨੂੰ ਭੱਜੇ ਦੁਕਾਨਾਂ ਤੋਂ, ਕਾਫੀ ਲੋਕ ਜਿਹੜੇ ਬਾਹਰ ਭੱਜਣਾ ਸ਼ੁਰੂ ਕੀਤਾ। ਮੈਂ ਦੁਕਾਨ ਤੇ ਬੈਠਾ ਸੀ, ਯਕਦਮ ਜ਼ੋਰ ਦੀ ਝਟਕੇ ਵੱਜੇ ਆ, ਮੈਂ ਭੱਜ ਕੇ ਦੁਕਾਨ ਤੋਂ ਬਾਹਰ ਆ ਗਿਆ। ਬੜੇ ਮੇਜਰ ਝਟਕੇ ਜਿਹੜੇ ਆ ਮਹਿਸੂਸ ਹੋਏ ਆ ਵੀ ਅਸੀਂ ਆਪਣੀਆਂ ਦੁਕਾਨਾਂ ਦੇ ਵਿੱਚੋਂ ਬਾਹਰ ਆਏ ਆ। ਭੂਚਾਲ ਤੋਂ ਬਾਅਦ ਜਾਨੀ ਨੁਕਸਾਨ ਦੀ ਖਬਰ ਤਾਂ ਨਹੀਂ ਆਈ। ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਘਰ ਦੇ ਵਿੱਚ ਤੇ ਕਸ਼ਮੀਰ 'ਚ ਇੱਕ ਮਸਜਿਦ ਦੇ ਵਿੱਚ ਤਰੇੜਾਂ ਜ਼ਰੂਰ ਆ ਗਈਆਂ। ਭੂਚਾਲ ਦੇ ਇਹ ਝਟਕੇ ਪਾਕਿਸਤਾਨ ਦੇ ਨਾਲ ਹੀ ਚੀਨ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਮਹਿਸੂਸ ਕੀਤੇ ਗਏ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਮੁਰਥਲ ਤੋਂ ਚੰਡੀਗੜ੍ਹ ਤੱਕ ਦੀ ਟਰੱਕ ਯਾਤਰਾ ਕਰਨ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਵੀ ਟਰੱਕ ਯਾਤਰਾ ਕੀਤੀ। ਰਾਹੁਲ ਨੇ ਵਾਸ਼ਿੰਗਟਨ DC ਤੋਂ ਨਿਊਯਾਰਕ ਦਾ ਸਫ਼ਰ ਇੱਕ ਟਰੱਕ ਦੇ ਵਿੱਚ ਪੂਰਾ ਕੀਤਾ। ਸਫ਼ਰ ਦੇ ਦੌਰਾਨ ਕਾਂਗਰਸੀ ਆਗੂ ਨੇ ਟਰੱਕ ਡਰਾਈਵਰ ਤਲਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਭਾਰਤ ਅਤੇ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਦੀ ਜ਼ਿੰਦਗੀ ਤੇ ਚਰਚਾ ਕੀਤੀ। ਗੱਲਬਾਤ ਦੇ ਵਿੱਚ ਜਦੋਂ ਟਰੱਕ ਡਰਾਈਵਰ ਤਲਜਿੰਦਰ ਸਿੰਘ ਨੇ ਉਹਨਾਂ ਨੂੰ ਆਪਣੀ ਕਮਾਈ ਦੇ ਬਾਰੇ ਵਿੱਚ ਦੱਸਿਆ ਤਾਂ ਰਾਹੁਲ ਗਾਂਧੀ ਵੀ हैरान रह गए। इंडिया के हिसाब से तो बहुत बन जाता है जी, रेट के हिसाब से अगर ड्राइवरी भी करते 4-5 लाख रुपए बन जाता है। 8-10 हज़ार डॉलर इजिली बंदा यहाँ पे अपना ट्रक वाला 10 हज़ार डॉलर 8 लाख रुपए हो गए। 8 लाख रुपए महीने के। ਤਲਜਿੰਦਰ ਨੇ ਭਾਰਤ ਦੇ ਨਾਲ ਫਰਕ ਦੱਸਦੇ ਹੋਏ ਕਿਹਾ ਕਿ ਅਮਰੀਕਾ ਦੇ ਵਿੱਚ ਕੋਈ ਪੁਲਿਸ ਵਾਲਾ ਤੰਗ ਨਹੀਂ ਕਰਦਾ, ਰਾਹ ਦੇ ਵਿੱਚ ਕੋਈ ਵਸੂਲੀ ਵਰਗੀ ਕੋਈ ਗੱਲ ਨਹੀਂ। कोई उसको कोई रास्ते में कोई तंग नहीं करता, कोई पुलिस वाला तंग नहीं करता यहाँ पे, और रोड पे उनको यहाँ पे चोरी का भी डर कम है। और यहाँ पे टिकट काफी मिलते हैं, पुलिस वाले स्पीड वो इंडिया वाला अगर स्पीड पे जाते हो तो फिर तो मिलता है, वो नजायज तंग कोई नहीं करता कि जैसे रोक लिया RTO ने रोक लिया, वो काम नहीं है यहाँ। ਰਾਹੁਲ ਨੇ ਟਰੱਕ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ ਵੀ ਲਗਵਾਇਆ। ਇਹ ਨਹੀਂ ਰਾਹੁਲ ਨੇ ਟਰੱਕ ਡਰਾਈਵਰ ਦੇ ਨਾਲ ਨਾਸ਼ਤਾ ਵੀ ਕੀਤਾ। ਰਾਹੁਲ ਗਾਂਧੀ ਨੇ ਜ਼ਿਕਰ ਕੀਤਾ ਕਿ ਹਾਂ ਮੂਸੇਵਾਲਾ ਦਾ ਗਾਣਾ ਲਗਾਓ। ਜ਼ਿਕਰ ਹੋਇਆ ਕਿ 295 ਉਹਨਾਂ ਦਾ ਜਿਹੜਾ ਗਾਣਾ ਹੈ ਉਹ ਉੱਥੇ ਟਰੱਕ ਦੇ ਵਿੱਚ ਲਗਵਾਇਆ ਗਿਆ। ਅੱਗੇ ਵਧਦੇ ਹਾਂ। ਅਰਬ ਸਾਗਰ ਦੇ ਵਿੱਚ ਉੱਠਿਆ ਤੂਫਾਨ ਬਿਪਰਜੋਏ ਗੁਜਰਾਤ ਦੇ ਵਾਲੇ ਪਾਸੇ ਵੱਧ ਰਿਹਾ ਹੈ। ਇਹ ਤੂਫਾਨ 15 ਜੂਨ ਦੀ ਦੁਪਹਿਰ ਨੂੰ ਕੱਛ ਜ਼ਿਲ੍ਹੇ ਦੇ ਜਖੋ ਪੋਰਟ ਦੇ ਨਾਲ ਟਕਰਾਉਣ ਵਾਲਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਦੋਂ ਤੂਫਾਨ ਸਮੁੰਦਰ ਤਟ ਦੇ ਨਾਲ ਟਕਰਾਏਗਾ ਤਾਂ ਉਸ ਸਮੇਂ 150 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਨੇ। ਇਸ ਤੋਂ ਪਹਿਲਾਂ ਚੰਗੀ ਗੱਲ ਇਹ ਹੈ ਕਿ ਤੂਫਾਨ ਕੁਝ ਕਮਜ਼ੋਰ ਹੋਇਆ ਹੈ, ਹਾਲਾਂਕਿ ਹੁਣ ਵੀ ਖਤਰਨਾਕ ਬਣਿਆ ਹੋਇਆ ਹੈ। ਤੂਫਾਨ ਦੀ ਵਜ੍ਹਾ ਦੇ ਨਾਲ ਗੁਜਰਾਤ ਦੇ ਕੰਢੇ ਵਾਲੇ ਇਲਾਕਿਆਂ ਦੇ ਵਿੱਚ ਮੀਂਹ ਅਤੇ ਹਨੇਰੀ ਦਾ ਦੌਰ ਵੀ ਜਾਰੀ ਹੈ। गुजरात पर साइक्लोन का संकट मंडरा रहा है, इसीलिए यहाँ पर गुजरात के कई ऐसे इलाके माना जा रहे हैं कि 8 से भी ज्यादा डिस्ट्रिक्ट में अलर्ट दिया गया है। साथ में ही हम जहाँ पर खड़े हैं वो द्वारका नगरी है, जो द्वारकाधीश सबसे विश्व में सबसे बड़ा प्रसिद्ध मंदिर है, वहाँ का हम आपको ये दृश्य दिखाएंगे किस तरह से यहाँ पर जो समुद्र है वो तूफानी दिख रहा है। गुजरात के समुद्र तट नाल लगदे जिले कच्छ, पोरबंदर, द्वारका, जामनगर, जूनागढ़ ਅਤੇ ਮੋਰਬੀ ਦੇ ਵਿੱਚ ਤੂਫਾਨ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ ਹੈ। ਹੁਣ ਤੱਕ 7500 ਲੋਕਾਂ ਨੂੰ ਸ਼ਿਫਟ ਕੀਤਾ ਜਾ ਚੁੱਕਾ ਹੈ। ਤਾਂ 15 ਤਰੀਕ ਦੇ ਆਸ-ਪਾਸ ਇਹ ਗੁਜਰਾਤ ਦੇ ਨਾਲ ਟਕਰਾਏਗਾ, ਗੁਜਰਾਤ ਦੇ ਸਮੁੰਦਰੀ ਤੱਟ ਦੇ ਨਾਲ, ਖਾਸ ਤੌਰ ਤੇ ਕੱਛ ਜ਼ਿਲ੍ਹੇ ਦੇ ਵਿੱਚ। ਗੁਜਰਾਤ ਦੇ ਵਿੱਚ ਸਮੁੰਦਰ ਦੇ ਵਿਚਾਲੇ ਆਇਲ ਰਿਗ ਦੇ ਵਿੱਚ ਫਸੇ ਮੁਲਾਜ਼ਮਾਂ ਨੂੰ ਕੋਸਟ ਗਾਰਡ ਨੇ ਸੁਰੱਖਿਅਤ ਕੱਢਿਆ। ਚੱਕਰਵਾਤ ਬਿਪਰਜੋਏ ਦੇ ਚੱਲਦੇ ਗੁਜਰਾਤ ਤੋਂ ਲੈ ਕੇ ਮੁੰਬਈ ਤੱਕ ਸਮੁੰਦਰ 'ਚ ਤੂਫਾਨੀ ਲਹਿਰਾਂ ਉੱਠ ਰਹੀਆਂ ਨੇ। ਇਸ ਦੌਰਾਨ ਗੁਜਰਾਤ ਦੇ ਵਿੱਚ ਓਖਾ ਤੋਂ 20 ਸਮੁੰਦਰੀ ਮੀਲ ਦੀ ਦੂਰੀ ਉੱਤੇ ਇੱਕ ਆਇਲ ਡ੍ਰਿਲਿੰਗ ਰਿੰਗ ਦੇ ਵਿੱਚ ਕੰਮ ਕਰਨ ਵਾਲੇ ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਬਚਾਉਣ ਦੇ ਲਈ ਇੰਡੀਅਨ ਕੋਸਟ ਗਾਰਡ ਨੇ ਰੈਸਕਿਊ ਆਪਰੇਸ਼ਨ ਚਲਾਇਆ। ਹੈਲੀਕਾਪਟਰ ਦੀ ਮਦਦ ਦੇ ਨਾਲ ਰਿਗ ਤੇ ਕੰਮ ਕਰ ਰਹੇ ਕਰੀਬ 50 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ।
ਬਿਪਰਜੋਏ ਦੇ ਮੱਦੇਨਜ਼ਰ ਸੂਬਾ ਸਰਕਾਰ ਕੇਂਦਰ ਸਰਕਾਰ ਅਲਰਟ ਦੇ ਉੱਤੇ ਨੇ। ਐਨਡੀਆਰਐਫ ਦੀਆਂ 12 ਟੀਮਾਂ ਗੁਜਰਾਤ ਦੇ ਕੱਚ, ਪੋਰਬੰਦਰ, ਜੂਨਾਗੜ੍ਹ, ਜਾਮਨਗਰ, ਦੇਵਭੂਮੀ ਦਵਾਰਕਾ, ਗਿਰ ਸੋਮਨਾਥ, ਮੋਰਬੀ ਅਤੇ ਰਾਜਕੋਟ ਜ਼ਿਲ੍ਹਿਆਂ ਦੇ ਵਿੱਚ ਤੈਨਾਤ ਕੀਤੀ ਗਈ ਹੈ। ਕੇਂਦਰ ਤੋਂ 3 ਟੀਮਾਂ ਨੂੰ ਰਾਜਕੋਟ, ਗਾਂਧੀਧਾਮ, ਕੱਚ ਦੇ ਵਿੱਚ ਰਿਜ਼ਰਵ ਵੀ ਰੱਖਿਆ ਗਿਆ ਹੈ। ਸਾਈਕਲੋਨ ਦੇ ਪ੍ਰਭਾਵ ਨੂੰ ਦੇਖਦੇ ਹੋਏ ਮੁੰਬਈ ਦੇ ਵਿੱਚ ਵੀ ਹਾਈ ਅਲਰਟ ਹੈ। ਮੁੰਬਈ 'ਚ ਸਾਈਕਲੋਨ ਦਾ ਅਸਰ ਦਿਖਣ ਵੀ ਲੱਗਿਆ ਹੈ। ਬਿਪਰਜੋਏ ਦੇ ਕਾਰਨ ਅਰਬ ਸਾਗਰ ਦੇ ਵਿੱਚ ਹਲਚਲ ਬਹੁਤ ਤੇਜ਼ ਹੈ। ਸ਼ਹਿਰ ਦੇ ਤੱਟ ਵਾਲੇ ਖੇਤਰ ਦੇ ਵਿੱਚ ਸਮੁੰਦਰ 'ਚ ਉੱਚੀਆਂ ਲਹਿਰਾਂ ਉੱਠ ਰਹੀਆਂ ਨੇ। ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਵੀ ਹੋ ਰਹੀ ਹੈ। ਮੁੰਬਈ 'ਚ ਐਨਡੀਆਰਐਫ ਦੀਆਂ 5 ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਸਮੁੰਦਰ ਦੇ ਨਾਲ ਹੀ ਜੁੜਿਆ ਹੋਇਆ, ਮਹਾਸਾਗਰ ਦੇ ਨਾਲ ਜੁੜਿਆ ਹੋਇਆ, ਕਿਉਂਕਿ ਬਿਪਰਜੋਏ ਦਾ ਬਹੁਤ ਇਸ ਸਮੇਂ ਚਰਚਾ ਔਰ ਕਿਤੇ ਨਾ ਕਿਤੇ ਖਦਸ਼ਾ ਹੈ ਕਿ ਨੁਕਸਾਨ ਜ਼ਿਆਦਾ ਨਾ ਕਰ ਦੇਵੇ। ਇਸ ਕਰਕੇ ਸਵਾਲ ਵੀ ਸਮੁੰਦਰ ਦੇ ਨਾਲ ਜੁੜਿਆ ਹੋਇਆ। ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰ ਕਿਹੜਾ ਹੈ? 4 ਆਪਸ਼ਨ। A ਪ੍ਰਸ਼ਾਂਤ ਮਹਾਸਾਗਰ, B ਅਰਬ ਮਹਾਸਾਗਰ, C ਹਿੰਦ ਮਹਾਸਾਗਰ ਜਾਂ ਆਪਸ਼ਨ D ਬੰਗਾਲ ਦੀ ਖਾੜੀ। ਤਾਂ ਸਭ ਤੋਂ ਵੱਡਾ ਮਹਾਸਾਗਰ ਕਿਹੜਾ ਹੈ? ਉਹ ਅੱਜ ਅਸੀਂ ਤੁਹਾਨੂੰ ਇਸ ਸਵਾਲ ਦੇ ਜਵਾਬ ਦੇ ਵਿੱਚ ਦੱਸਾਂਗੇ ਪ੍ਰੋਗਰਾਮ ਦੇ ਦੌਰਾਨ। ਅੱਗੇ ਵਧਦੇ ਹਾਂ ਤੇ ਗੱਲ ਹੁਣ ਮੌਸਮ ਦੀ ਕਰ ਲੈਂਦੇ ਹਾਂ। ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਗਰਮੀ ਜ਼ਬਰਦਸਤ ਹੈ, ਲੋਕਾਂ ਦਾ ਜੀਉਣਾ ਮੁਹਾਲ ਕਰ ਦਿੱਤਾ ਹੈ। ਪਰ ਇਸ ਵਿਚਾਲੇ ਮੌਸਮ ਵਿਭਾਗ ਨੇ ਇੱਕ ਖੁਸ਼ਖਬਰੀ ਦਿੱਤੀ ਹੈ। ਤੇ ਮੌਸਮ ਵਿਭਾਗ ਦੇ ਮੁਤਾਬਿਕ ਆਉਂਦੇ ਕਰੀਬ 4 ਦਿਨ ਯਾਨੀ 17 ਜੂਨ ਤੱਕ ਮੀਂਹ ਅਤੇ ਤੇਜ਼ ਹਵਾਵਾਂ ਦਾ ਅਨੁਮਾਨ ਹੈ, ਜਿਸ ਦੇ ਨਾਲ ਮੌਸਮ ਖੁਸ਼ਗਵਾਰ ਬਣਿਆ ਰਹੇਗਾ। जो ਹਿਊਮਿਡਿਟੀ ਲੈਵਲ ਉਹ ਕਾਫੀ ਵਧਿਆ ਹੋਇਆ, ਪਰ ਜਿਹੜਾ ਟੈਂਪਰੇਚਰ ਉਹ ਬਹੁਤ ਜ਼ਿਆਦਾ ਨਹੀਂ ਹੈ। ਜਿਸ ਤਰ੍ਹਾਂ ਪਿਛਲੇ 24 ਘੰਟਿਆਂ ਵਿੱਚ ਜਿਹੜਾ ਟੈਂਪਰੇਚਰ ਚੰਡੀਗੜ੍ਹ ਦਾ 38 ਡਿਗਰੀ ਸੀ, ਲੇਕਿਨ ਕੱਲ ਵੀ ਕਾਫੀ ਡਿਸਕੰਫਰਟ ਰਿਹਾ। ਜਦੋਂ ਟੈਂਪਰੇਚਰ 35 ਤੋਂ ਜ਼ਿਆਦਾ ਰਹਿੰਦੇ ਔਰ ਹਿਊਮਿਡਿਟੀ ਲੈਵਲ ਜਿਹੜਾ ਹੈ 60 ਤੋਂ ਉੱਪਰ ਹੋ ਜਾਏ ਤਾਂ ਜਿਹੜੀ ਆਪਣੀ ਡਿਸਕੰਫਰਟ ਲੈਵਲ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦਾ। ਮੌਸਮ ਵਿਭਾਗ ਦੇ ਮੁਤਾਬਿਕ ਵੈਸਟਰਨ ਡਿਸਟਰਬੈਂਸ ਦੀ ਵਜ੍ਹਾ ਦੇ ਨਾਲ ਪਿਛਲੇ 24 ਘੰਟਿਆਂ 'ਚ ਉਮਸ ਅਤੇ ਤੇਜ਼ ਗਰਮੀ ਪੈ ਰਹੀ ਹੈ, ਪਰ ਆਉਣ ਵਾਲੇ ਦਿਨਾਂ 'ਚ ਮੌਸਮ ਤੇਜ਼ੀ ਨਾਲ ਕਰਵਟ ਲਵੇਗਾ। टेम्परेचर है मतलब राइट नाउ 40 डिग्री तो नीचे चल रहे हैं बहुत सारे प्लेसेस पे, लेकिन जो ह्यूमिडिटी की वजह नाल जिहड़ा ह्यूमन डिस्कंफर्ट लैवल है वो बहुत ज़्यादा मतलब हो रहा है। तो लेकिन अपने आने वाले दिनों के विच बारिश होने के भी आसार है। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਵੇਗੀ। ਉੱਥੇ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਵੀ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਆਵੇਗੀ। ਮੌਸਮ ਵਿਭਾਗ ਨੇ ਆਉਣ ਵਾਲੀ ਬਾਰਿਸ਼ ਨੂੰ ਝੋਨੇ ਦੇ ਸੀਜ਼ਨ ਦੇ ਲਈ ਵੀ ਫਾਇਦੇਮੰਦ ਦੱਸਿਆ। ਖੈਰ, ਜਦੋਂ ਜ਼ਬਰਦਸਤ ਗਰਮੀ ਦੇ ਵਿਚਾਲੇ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾਵੇ ਕਿ ਅਗਲੇ 3-4 ਦਿਨ ਬਰਸਾਤ ਹੋ ਸਕਦੀ ਹੈ, ਫਿਰ ਫਰਕ ਤਾਂ ਪੈਂਦਾ ਹੈ। ਜੂਨ ਆਮ ਤੌਰ ਤੇ ਬਹੁਤ ਗਰਮ ਹੁੰਦਾ ਹੈ। 17 ਤਰੀਕ ਤੱਕ ਮੌਸਮ ਵਿਭਾਗ ਦੇ ਵੱਲੋਂ ਪੇਸ਼ੀਨ ਗੋਈ ਕਰ ਦਿੱਤੀ ਗਈ ਹੈ ਔਰ ਜੂਨ ਆਖਿਰ ਤੱਕ ਮੌਨਸੂਨ ਵੀ ਪੰਜਾਬ ਪਹੁੰਚ ਜਾਂਦਾ ਹੈ। ਆਮ ਤੌਰ ਤੇ ਹੁੰਦਾ ਹੈ ਜਾਂ ਜੁਲਾਈ ਦੇ ਪਹਿਲੇ ਹਫਤੇ 'ਚ, ਤਾਂ ਗਰਮੀ ਵਾਲੇ ਜ਼ਿਆਦਾ ਦਿਨ ਬਾਕੀ ਨਹੀਂ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਮਿੱਥੀ ਤਰੀਕ ਤੋਂ ਝੋਨਾ ਲਗਾਉਣ ਵਾਲੇ ਮਿੱਥੀ ਤਰੀਕ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨਾਂ ਤੇ ਖੇਤੀਬਾੜੀ ਵਿਭਾਗ ਦੀ ਸਖਤੀ ਵੇਖਣ ਨੂੰ ਮਿਲ ਰਹੀ ਹੈ। ਕੁਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਝੋਨਾ ਲਗਾ ਦਿੱਤਾ ਗਿਆ ਸੀ, ਤਰੀਕ ਅਜੇ ਨਹੀਂ ਆਈ, ਤਾਂ ਫਿਰ ਉਸ ਤੋਂ ਬਾਅਦ ਚਲਾ ਦਿੱਤਾ ਗਿਆ ਟਰੈਕਟਰ। ਅਤੇ ਕਪੂਰਥਲਾ ਦੇ ਵਿੱਚ ਅਗੇਤਾ ਝੋਨਾ ਲਗਾਉਣ ਵਾਲੇ ਕਿਸਾਨ ਸੁਰਿੰਦਰ ਸਿੰਘ ਤੇ ਖੇਤੀਬਾੜੀ ਵਿਭਾਗ ਦੀ ਚੈਕਿੰਗ ਦੌਰਾਨ ਰੇਡ ਪੈ ਗਈ। ਅਧਿਕਾਰੀਆਂ ਨੇ ਤਾਂ ਸਾਰਾ ਝੋਨਾ ਵਾਹ ਦਿੱਤਾ। ਵਿਭਾਗ ਨੇ ਇੱਕ ਸੁਨੇਹਾ ਦਿੱਤਾ ਤੇ ਹੋਰਨਾਂ ਕਿਸਾਨਾਂ ਨੂੰ ਵੀ ਸੁਚੇਤ ਕੀਤਾ। ਸੋ ਕਿਸਾਨ ਨੂੰ ਸਮਝਾਉਣ ਤੇ ਇਹਨੇ ਸਾਡੇ ਨਾਲ ਸਹਿਮਤੀ ਪ੍ਰਗਟ ਕੀਤੀ ਔਰ ਦੱਸਿਆ ਕਿ ਮੇਰੇ ਕੋਲ ਇਹ ਗਲਤੀ ਹੋ ਗਈ ਔਰ ਸਾਡੀ ਸਹਿਮਤੀ ਨਾਲ ਹੀ ਜਿਹੜਾ ਕਿਸਾਨ ਹੈ ਝੋਨਾ ਜਿਹੜਾ ਵਾਹੁਣ ਨੂੰ ਤਿਆਰ ਹੋ ਗਿਆ ਔਰ ਇਹਨੇ ਸਾਡੇ ਨਾਲ ਇਹ ਪ੍ਰੋਮਿਸ ਵੀ ਕੀਤਾ ਵੀ ਮੈਂ ਹੁਣ ਜਿਹੜਾ ਝੋਨਾ ਸਰਕਾਰ ਵੱਲੋਂ ਜਿਹੜੀ ਮਿੱਥੀ ਤਰੀਕ ਆ ਉਦੋਂ ਹੀ ਲਾਵਾਂਗਾ। ਕਿਸਾਨਾਂ ਨੇ ਆਪਣੀ ਗਲਤੀ ਮੰਨੀ ਤੇ ਪਹਿਲਾਂ ਝੋਨਾ ਲਗਾਉਣ ਦੀ ਵਜ੍ਹਾ ਵੀ ਦੱਸੀ। ਇਹ ਨੀਵੇਂ ਥਾਂ ਕਰਕੇ ਤੇ ਲਾਤਾ ਇੱਥੇ ਜਦੋਂ ਵੀ ਪੈ ਗਿਆ ਨਾ ਇੱਥੇ ਲੱਗਣਾ ਹੀ ਨਹੀਂਗਾ ਝੋਨਾ। ਇਹੋ ਜਿਹੇ 2-4 ਦਿਨ ਪਹਿਲਾਂ ਲੱਗ ਜੇ ਨਾ ਇਹ ਝੋਨਾ ਤਰਪਣਾ ਲਾਵਾਂ ਮੈਂ ਲਾਇਆ ਸਿਰਫ ਇਹੀ ਸੀਗਾ। 10 ਜੂਨ ਤੋਂ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਗੁਰਦਾਸਪੁਰ, ਜਦਕਿ ਕਪੂਰਥਲਾ ਸਣੇ ਲੁਧਿਆਣਾ, ਫਾਜ਼ਿਲਕਾ, ਪਟਿਆਲਾ, ਜਲੰਧਰ 'ਚ ਝੋਨਾ ਲਗਾਉਣ ਦੀ ਤਰੀਕ 19 ਜੂਨ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਗਿਆ। ਵਿਜ਼ਨ ਦਸਤਾਵੇਜ਼ 2047 ਜਾਰੀ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਵਿਜ਼ਨ ਦਸਤਾਵੇਜ਼ 2047 ਜਾਰੀ ਕਰ ਦਿੱਤਾ ਗਿਆ। ਪਲੈਨਿੰਗ ਵਿਭਾਗ ਨੇ ਇਹ ਦਸਤਾਵੇਜ਼ ਤਿਆਰ ਕੀਤਾ ਹੈ ਔਰ ਅਗਲੇ 25 ਸਾਲ ਦਾ ਰੋਡ ਮੈਪ ਤਿਆਰ ਕੀਤਾ ਗਿਆ ਹੈ। ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਰੰਗਲੇ ਪੰਜਾਬ ਵਾਲੇ ਪਾਸੇ ਅਸੀਂ ਕਦਮ ਵਧਾ ਰਹੇ ਹਾਂ ਤੇ ਇਸ ਵਿਚਾਲੇ 2047 ਤੱਕ ਦਾ ਇਹ ਪੂਰਾ ਵਿਜ਼ਨ ਦਸਤਾਵੇਜ਼ ਦੱਸਿਆ ਜਾ ਰਿਹਾ। ਸਿੱਧਾ ਜਿਹਾ ਮਤਲਬ ਹੈ ਕਿ 2047 ਤੱਕ ਪੰਜਾਬ ਕਿਵੇਂ ਤਰੱਕੀਆਂ ਦੀ ਕਹਾਣੀ ਨੂੰ ਬਿਆਨ ਕਰੇ ਜਾਂ ਕਹਾਣੀ ਲਿਖੇ
ਔਰ ਤਰੱਕੀ ਵਾਲੇ ਪਾਸੇ ਕਿਵੇਂ ਵਧੇ, ਤਾਂ ਉਹ ਬਹੁਤ ਲੰਬੀ ਪਲੈਨਿੰਗ ਕਰ ਰਹੀ ਹੁੰਦੀ ਹੈ। 25 ਸਾਲ ਦਾ ਇੱਕ ਵਿਜ਼ਨ ਸਰਕਾਰ ਰੱਖ ਰਹੀ ਹੈ ਕਿ 2047 ਦੇ ਵਿੱਚ ਅਸੀਂ ਕਿਹੋ ਜਿਹਾ ਪੰਜਾਬ ਚਾਹੁੰਦੇ ਹਾਂ। ਤੇ ਵੀ ਦਾਅਵਾ ਕੀਤਾ ਗਿਆ ਹੈ ਕਿ ਜਿਹੜੀ ਵਿਕਾਸ ਦਰ ਹੈ 2047 ਤੱਕ 10% ਤੱਕ ਪਹੁੰਚਾ ਲਵਾਂਗੇ। ਖੈਰ ਜਦੋਂ ਵੀ ਸਟੇਟ ਨੂੰ ਅੱਗੇ ਲੈ ਕੇ ਜਾਣ ਦਾ ਜ਼ਿਕਰ ਹੁੰਦਾ ਹੈ ਤਾਂ ਇੱਕ ਲੰਬੀ ਪਲੈਨਿੰਗ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਸਰਕਾਰ ਜਦੋਂ 25 ਸਾਲ ਦਾ ਵਿਜ਼ਨ ਦਸਤਾਵੇਜ਼ ਰੱਖੇ ਫਿਰ ਫਰਕ ਤਾਂ ਪੈਂਦਾ ਹੈ। ਔਰ ਉਮੀਦ ਕਰਦੇ ਹਾਂ ਕਿ ਇਹ ਦਸਤਾਵੇਜ਼ ਹੀ ਨਹੀਂ ਬਲਕਿ ਇੰਪਲੀਮੈਂਟ ਔਰ ਇਸ ਦੇ ਉੱਤੇ ਅਮਲ ਹੁੰਦਾ ਹੋਇਆ ਵੀ ਨਜ਼ਰ ਆਏਗਾ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਹੁਣ ਇਤਿਹਾਸ ਦੀ। 13 ਜੂਨ ਦਾ ਇਤਿਹਾਸ ਕੀ ਕੁਝ ਕਹਿੰਦਾ ਉਹ ਦੱਸਾਂਗੇ। 13 ਜੂਨ ਦਾ ਇਤਿਹਾਸ ਉਪਹਾਰ ਸਿਨੇਮਾ ਦੇ ਨਾਲ ਜੁੜਿਆ ਹੋਇਆ ਹੈ। ਦਿੱਲੀ ਦਾ ਉਪਹਾਰ ਸਿਨੇਮਾ ਜਿਹੜਾ 13 ਜੂਨ ਦਾ ਹੀ ਉਹ ਦਿਨ ਸੀ ਜਦੋਂ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਉਪਹਾਰ ਸਿਨੇਮਾ ਦੇ ਵਿੱਚ। 13 ਜੂਨ 1997 ਸਾਊਥ ਦਿੱਲੀ ਦੇ ਗ੍ਰੀਨ ਪਾਰਕ ਦੇ ਵਿੱਚ ਮੌਜੂਦ ਉਪਹਾਰ ਸਿਨੇਮਾ ਦੇ ਵਿੱਚ ਬਾਰਡਰ ਫਿਲਮ ਚੱਲ ਰਹੀ ਸੀ। ਜੀ ਹਾਂ, ਉਹੀ ਸਨੀ ਦਿਓਲ ਵਾਲੀ। ਇਸ ਦੌਰਾਨ ਜ਼ਬਰਦਸਤ ਅੱਗ ਲੱਗ ਗਈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ 59 ਲੋਕਾਂ ਦੀ ਜਾਨ ਚਲੀ ਗਈ। ਇਸ ਅੱਗ ਲੱਗਣ ਦੀ ਘਟਨਾ 'ਚ 100 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਸਨ। ਇਸ ਭਿਆਨਕ ਅਗਨੀਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਉਪਹਾਰ ਸਿਨੇਮਾ ਦੇ ਵਿੱਚ ਉਸ ਸਮੇਂ ਅੱਗ ਬੁਝਾਉਣ ਵਾਲੇ ਯੰਤਰ ਜਾਂ ਫਿਰ ਉੱਥੋਂ ਕਿਵੇਂ ਨਿਕਲਿਆ ਜਾਵੇ, ਜਿਹੜੇ ਲੋਕ ਅੰਦਰ ਫਿਲਮ ਦੇਖ ਰਹੇ ਸਨ ਉਹ ਬਾਹਰ ਹੀ ਨਹੀਂ ਨਿਕਲ ਸਕੇ। ਇਸ ਕਰਕੇ ਪੂਰਾ ਹਾਦਸਾ ਹੋਰ ਭਿਆਨਕ ਹੋ ਗਿਆ ਔਰ ਕਈ ਲੋਕਾਂ ਦੀ ਮੌਤ ਹੋਈ।